ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਪੀਲ ਰੀਜਨਲ ਪੁਲਿਸ ਨੇ ਗ੍ਰਿਫਤਾਰ ਕੀਤੇ 70 ਜਾਣੇ, ਖਤਰਨਾਕ ਡਰਾਈਵਿੰਗ ਤੇ ਸਟੰਟ ਦੇ ਮਾਮਲੇ ਦੇ ਵਿੱਚ ਕਾਬੂ। ਕੈਨੇਡਾ ਦੇ ਵਿੱਚੋਂ ਫਿਰ ਮਿਲੀਆਂ ਬੇਨਾਮ ਕਬਰਾਂ, ਬ੍ਰਿਟਿਸ਼ ਕੋਲੰਬੀਆ ਦੇ ਵਿੱਚੋਂ ਮਿਲੀਆਂ 182 ਬੇਨਾਮ ਕਬਰਾਂ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਗਰਮੀ ਦਾ ਕਹਿਰ, ਹੋਈਆਂ 230 ਤੋਂ ਵੱਧ ਮੌਤਾਂ। ਅਮਰੀਕਾ ਦੇ ਵਿੱਚ 2 ਪੰਜਾਬੀਆਂ ਦੀ ਹੋਈ ਮੌਤ, ਟਰੱਕ ਰੇਲ ਹਾਦਸੇ ਦੇ ਵਿੱਚ ਗਈ ਦੋਵਾਂ ਦੀ ਜਾਨ। ਐਡਮਿੰਟਨ ਦੇ ਇੱਕ ਚਰਚ ਦੇ ਵਿੱਚ ਲੱਗੀ ਅੱਗ ਲੱਗਣ ਦੇ ਕਾਰਨਾਂ ਦੀ ਹੋ ਰਹੀ ਹੈ ਜਾਂਚ। ਓਨਟਾਰੀਓ ਦੇ ਵਿੱਚ ਪਾਬੰਦੀਆਂ ਤੋਂ ਰਾਹਤ, ਅੱਜ ਤੋਂ ਦੂਜੇ ਪੜਾਅ ਦੀ ਸ਼ੁਰੂਆਤ। ਪੀਲ ਰੀਜਨਲ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਨੇ ਦੱਸਿਆ ਕਿ ਖਤਰਨਾਕ ਡਰਾਈਵਿੰਗ ਅਤੇ ਸਟੰਟ ਕਰਨ ਦੇ ਚੱਲਦਿਆਂ 70 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕਈ ਵਾਹਨ ਵੀ ਉਹਨਾਂ ਵੱਲੋਂ ਇੰਪਾਊਂਡ ਕੀਤੇ ਗਏ। ਜੋ ਪ੍ਰੋਜੈਕਟ ਚਲਾਇਆ ਗਿਆ ਸੀ ਉਸ ਦੇ ਤਹਿਤ 70 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੀ ਸਾਰੀ ਜਾਣਕਾਰੀ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਹੈ ਕਿ ਪ੍ਰੋਜੈਕਟ ਕਿਹਨਾਂ ਵੱਲੋਂ ਚਲਾਇਆ ਗਿਆ ਸੀ ਤੇ ਕਦੋਂ ਇਸ ਨੂੰ ਜੋ ਲਾਂਚ ਕੀਤਾ ਗਿਆ ਸੀ। ਯਾਰਕ ਰੀਜਨਲ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਸਟਰੀਟ ਰੇਸਿੰਗ ਅਤੇ ਸਟੰਟ ਡਰਾਈਵਿੰਗ ਦੇ ਕਾਰਨ 70 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਹਨਾਂ ਵੱਲੋਂ 60 ਗੱਡੀਆਂ ਇੰਪਾਊਂਡ ਵੀ ਕੀਤੀਆਂ ਗਈਆਂ। ਇਹ ਮਾਮਲਾ ਗ੍ਰੇਟਰ ਟੋਰਾਂਟੋ ਏਰੀਆ ਤੋਂ ਸਾਹਮਣੇ ਆਇਆ, ਜਿੱਥੇ ਗੱਡੀਆਂ ਦੀ ਰੇਸ ਅਤੇ ਸਟੰਟ ਦੇ ਕਾਰਨ 70 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਦੇ ਉੱਪਰ ਕਈ ਚਾਰਜ ਵੀ ਲਗਾਏ ਗਏ ਹਨ। ਜਾਣਕਾਰੀ ਦੇ ਮੁਤਾਬਕ ਪ੍ਰੋਜੈਕਟ ਟੇਕ ਓਵਰ ਮਈ ਮਹੀਨੇ ਦੇ ਵਿੱਚ ਸ਼ੁਰੂ ਕੀਤਾ ਗਿਆ ਸੀ। ਇਹ ਪ੍ਰੋਜੈਕਟ ਯਾਰਕ ਰੀਜਨਲ ਪੁਲਿਸ, ਟੋਰਾਂਟੋ ਪੁਲਿਸ, ਪੀਲ ਰੀਜਨਲ ਪੁਲਿਸ ਅਤੇ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਚਲਾਇਆ ਗਿਆ। 2020 ਦੇ ਵਿੱਚ ਖਤਰਨਾਕ ਡਰਾਈਵਿੰਗ ਹਾਦਸਿਆਂ ਦੇ ਵਿੱਚ ਕਾਫੀ ਜ਼ਿਆਦਾ ਵਾਧਾ ਹੋਇਆ। ਜਾਣਕਾਰੀ ਦੇ ਮੁਤਾਬਕ ਮਈ 1 ਤੋਂ ਲੈ ਕੇ ਜੂਨ 24 ਤੱਕ 70 ਜਾਣਿਆਂ ਦੀ ਗ੍ਰਿਫਤਾਰੀ ਹੋਈ ਹੈ। ਇਹਨਾਂ 70 ਜਾਣਿਆਂ ਦੇ ਉੱਪਰ 67 ਕ੍ਰਿਮੀਨਲ ਆਫੈਂਸਸ, 279 ਪ੍ਰੋਵਿੰਸ਼ੀਅਲ ਆਫੈਂਸਸ ਚਾਰਜ ਲਗਾਏ ਗਏ ਹਨ। ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ 57 ਲਾਇਸੈਂਸ ਸਸਪੈਂਸ਼ਨ ਵੀ ਜਾਰੀ ਕੀਤੇ ਗਏ। 2020 ਦੇ ਵਿੱਚ ਜੋ ਇਸ ਤਰ੍ਹਾਂ ਦੇ ਹਾਦਸਿਆਂ ਦੇ ਵਿੱਚ ਵਾਧਾ ਹੋਇਆ ਸੀ, ਉਸ ਤੋਂ ਬਾਅਦ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਤੇ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਸਟੰਟ ਅਤੇ ਖਤਰਨਾਕ ਡਰਾਈਵਿੰਗ ਦੇ ਕਾਰਨ 70 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 61 ਕਾਰਾਂ ਇੰਪਾਊਂਡ ਕੀਤੀਆਂ ਗਈਆਂ ਨੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚੋਂ ਇੱਕ ਵਾਰ ਫੇਰ ਤੋਂ ਬੇਨਾਮ ਕਬਰਾਂ ਮਿਲੀਆਂ ਹਨ। ਜੀ ਹਾਂ, ਬ੍ਰਿਟਿਸ਼ ਕੋਲੰਬੀਆ ਦੇ ਇੱਕ ਸਾਬਕਾ ਰਿਹਾਇਸ਼ੀ ਸਕੂਲ ਦੇ ਵਿੱਚੋਂ ਬੇਨਾਮ ਕਬਰਾਂ ਮਿਲੀਆਂ, ਜਿਸ ਦੇ ਵਿੱਚੋਂ 182 ਹਿਊਮਨ ਰਿਮੇਨਸ ਬਰਾਮਦ ਹੋਏ ਹਨ। ਇਸ ਤੋਂ ਪਹਿਲਾਂ ਵੀ ਬ੍ਰਿਟਿਸ਼ ਕੋਲੰਬੀਆ ਦੇ ਕੈਮਲੂਪਸ ਦੇ ਸਾਬਕਾ ਰਿਹਾਇਸ਼ੀ ਸਕੂਲ ਦੇ ਵਿੱਚੋਂ 215 ਅਵਸ਼ੇਸ਼ ਮਿਲੇ ਸਨ ਤੇ ਸਸਕੈਚੁਅਨ ਦੇ ਸਾਬਕਾ ਰਿਹਾਇਸ਼ੀ ਸਕੂਲ ਦੇ ਵਿੱਚੋਂ 751 ਦੇ ਕਰੀਬ ਬੇਨਾਮ ਕਬਰਾਂ ਮਿਲੀਆਂ ਸਨ। ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਰਿਹਾਇਸ਼ੀ ਸਕੂਲ ਦੇ ਵਿੱਚੋਂ ਇੱਕ ਵਾਰ ਫਿਰ ਤੋਂ ਬੇਨਾਮ ਕਬਰਾਂ ਚੋਂ 182 ਮਨੁੱਖੀ ਅਵਸ਼ੇਸ਼ ਮਿਲੇ ਨੇ। ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਰੈਜ਼ੀਡੈਂਸ਼ੀਅਲ ਸਕੂਲ ਦੇ ਵਿੱਚੋਂ ਇੱਕ ਵਾਰ ਫਿਰ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਬੇਨਾਮ ਕਬਰਾਂ ਦੇ ਵਿੱਚੋਂ ਮਨੁੱਖੀ ਅਵਸ਼ੇਸ਼ ਮਿਲੇ। ਇਸ ਘਟਨਾ ਦੀ ਪੁਸ਼ਟੀ ਲੋਅਰ ਕੂਟਨੀ ਬੈਂਡ ਵੱਲੋਂ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਕ੍ਰੈਨਬਰੂਕ ਦੇ ਸਾਬਕਾ ਰੈਜ਼ੀਡੈਂਸ਼ੀਅਲ ਸਕੂਲ ਦੇ ਵਿੱਚੋਂ 182 ਹਿਊਮਨ ਰਿਮੇਨਸ ਮਿਲੇ ਨੇ। ਬੈਂਡ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ, ਉਸ ਦੇ ਮੁਤਾਬਕ ਕੁਝ ਰਿਮੇਨਸ ਨੂੰ 3 ਅਤੇ 4 ਫੁੱਟ ਡੂੰਘੀਆਂ ਕਬਰਾਂ ਦੇ ਵਿੱਚ ਦੱਬਿਆ ਹੋਇਆ ਸੀ। ਜਾਣਕਾਰੀ ਦੇ ਮੁਤਾਬਕ ਜਿਹੜੇ ਇੱਥੇ ਬੱਚੇ ਰਹਿੰਦੇ ਸਨ, ਉਹਨਾਂ ਦੀ ਉਮਰ 7 ਤੋਂ 15 ਸਾਲ ਦੇ ਵਿਚਕਾਰ ਸੀ। ਰੈਜ਼ੀਡੈਂਸ਼ੀਅਲ ਸਕੂਲ ਦੇ ਆਪਰੇਟਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਸਕੂਲ 1910 ਤੋਂ ਲੈ ਕੇ 1970 ਦੇ ਵਿਚਕਾਰ ਚਲਾਇਆ ਜਾਂਦਾ ਸੀ, ਪਰ ਪਹਿਲੀ ਵਾਰ ਇੱਥੇ ਸਾਈਟ ਦੇ ਉੱਪਰ ਸਕੂਲ 1890 ਦੇ ਵਿੱਚ ਖੋਲ੍ਹਿਆ ਗਿਆ। ਵੱਡੀ ਗਿਣਤੀ ਦੇ ਵਿੱਚ ਬੱਚਿਆਂ ਵੱਲੋਂ ਇਸ ਸਕੂਲ ਨੂੰ ਅਟੈਂਡ ਕੀਤਾ ਜਾਂਦਾ ਸੀ। ਇਸ ਤੋਂ ਪਹਿਲਾਂ ਬ੍ਰਿਟਿਸ਼ ਕੋਲੰਬੀਆ ਦੇ ਕੈਮਲੂਪਸ ਦੇ ਸਾਬਕਾ ਰਿਹਾਇਸ਼ੀ ਸਕੂਲ ਦੇ ਵਿੱਚੋਂ 215 ਬੱਚਿਆਂ ਦੇ ਰਿਮੇਨਸ ਮਿਲੇ ਸਨ। ਬਾਅਦ ਦੇ ਵਿੱਚ ਅਜਿਹਾ ਮਾਮਲਾ ਸਸਕੈਚੁਆਨ ਤੋਂ ਵੀ ਸਾਹਮਣੇ ਆਇਆ ਸੀ, ਜਿੱਥੇ ਸਾਬਕਾ ਰਿਹਾਇਸ਼ੀ ਸਕੂਲ ਦੇ ਵਿੱਚੋਂ 751 ਬੇਨਾਮ ਕਬਰਾਂ ਮਿਲੀਆਂ ਸਨ। ਇਸ ਦੇ ਨਾਲ ਹੀ ਦੱਸ ਦਈਏ ਕਿ ਦ ਟਰੂਥ ਐਂਡ ਰੀਕਨਸਾਈਲੇਸ਼ਨ ਕਮਿਸ਼ਨ ਵੱਲੋਂ ਇਹ ਕਿਹਾ ਗਿਆ ਕਿ ਸਕੂਲਾਂ ਨੂੰ ਫੰਡਿੰਗ ਦੇ ਵਾਸਤੇ ਕੈਨੇਡੀਅਨ ਸਰਕਾਰ ਜ਼ਿੰਮੇਵਾਰ ਹੈ। ਇਹ ਸਕੂਲ ਕੈਥੋਲਿਕ ਚਰਚ ਵੱਲੋਂ ਮੈਨੇਜ ਅਤੇ ਆਪਰੇਟ ਕੀਤੇ ਜਾਂਦੇ ਸਨ, ਜੋ ਕਿ 1890 ਤੋਂ 1970 ਦੇ ਵਿਚਕਾਰ ਚਲਾਏ ਜਾਂਦੇ ਸਨ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੀਟ ਵੇਵ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ। ਇਸ ਹੀਟ ਵੇਵ ਦੇ ਦੌਰਾਨ ਕਈ ਲੋਕਾਂ ਦੀ ਜਾਨ ਗਈ ਹੈ। ਜਾਣਕਾਰੀ ਦੇ ਮੁਤਾਬਕ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 230 ਤੋਂ ਵੱਧ ਮੌਤਾਂ ਇਸ ਹੀਟ ਵੇਵ ਦੇ ਕਾਰਨ ਹੋਈਆਂ ਨੇ।
ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਨੂੰ ਕਾਫੀ ਜ਼ਿਆਦਾ ਇਸ ਦੇ ਨਾਲ ਸੰਬੰਧਿਤ ਕਾਲਸ ਅਤੇ ਜਾਣਕਾਰੀ ਮਿਲੀ ਸੀ। ਨਾਲ ਹੀ ਦੱਸ ਦਈਏ ਕਿ ਜਿੱਥੇ ਕਈ ਲੋਕਾਂ ਦੀ ਤਾਂ ਜਾਨ ਗਈ ਹੈ, ਬਹੁਤ ਸਾਰੇ ਅਜਿਹੇ ਜਾਨਵਰ ਜਿਨ੍ਹਾਂ ਦੀ ਹੀਟ ਵੇਵ ਦੇ ਕਾਰਨ ਮੌਤ ਹੋ ਗਈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੀਟ ਵੇਵ ਦੇ ਕਾਰਨ ਹੁਣ ਤੱਕ ਕਈ ਜਾਨਾਂ ਜਾ ਚੁੱਕੀਆਂ ਨੇ। ਜਾਣਕਾਰੀ ਦੇ ਮੁਤਾਬਕ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸ਼ੁੱਕਰਵਾਰ ਤੋਂ ਹੁਣ ਤੱਕ 230 ਤੋਂ ਵੱਧ ਜਾਨਾਂ ਇਸ ਹੀਟ ਵੇਵ ਦੇ ਕਾਰਨ ਗਈਆਂ ਨੇ। ਚੀਫ ਕਾਰਨਰ ਲਿਜ਼ਾ ਵੱਲੋਂ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਹੀਟ ਵੇਵ ਦੇ ਕਾਰਨ ਕਈ ਲੋਕਾਂ ਦੀ ਜਾਨ ਗਈ ਹੈ। ਆਮ ਤੌਰ ਦੇ ਉੱਪਰ ਜਿੰਨੀ ਮੌਤਾਂ ਦੀ ਜਾਣਕਾਰੀ ਸਾਹਮਣੇ ਆਉਂਦੀ ਹੈ, ਉਸ ਦੇ ਮੁਤਾਬਕ ਚੀਫ ਕਾਰਨਰ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੂੰ ਸ਼ੁੱਕਰਵਾਰ ਤੋਂ ਲੈ ਕੇ ਸੋਮਵਾਰ ਤੱਕ 233 ਮੌਤਾਂ ਦੇ ਬਾਰੇ ਵਿੱਚ ਜਾਣਕਾਰੀ ਮਿਲੀ। ਡਿਪਾਰਟਮੈਂਟ ਵੱਲੋਂ ਇੱਕ ਸਟੇਟਮੈਂਟ ਜਾਰੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਅੱਜ ਵੀ ਮੌਤਾਂ ਦੇ ਬਾਰੇ ਵਿੱਚ ਜਾਣਕਾਰੀ ਮਿਲੀ, ਜਿਸ ਦਾ ਕਾਰਨ ਹੀਟ ਵੇਵ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਇਸ ਤਰ੍ਹਾਂ ਦੀ ਗਰਮੀ ਉਹਨਾਂ ਨੇ ਪਹਿਲਾਂ ਕਦੇ ਵੀ ਨਹੀਂ ਦੇਖੀ। ਮੈਟਰੋ ਵੈਨਕੂਵਰ ਤੋਂ ਜੋ ਜਾਣਕਾਰੀ ਸਾਹਮਣੇ ਆਈ ਹੈ, ਉਸ ਦੇ ਮੁਤਾਬਕ ਦੱਸਿਆ ਗਿਆ ਕਿ ਪੁਲਿਸ ਨੂੰ 134 ਮੌਤਾਂ ਦੇ ਬਾਰੇ ਵਿੱਚ ਇਨਫੋਰਮੇਸ਼ਨ ਮਿਲੀ। ਪੁਲਿਸ ਦੇ ਮੁਤਾਬਕ ਮੈਟਰੋ ਵੈਨਕੂਵਰ ਦੇ ਵੱਡੇ ਸ਼ਹਿਰਾਂ ਦੇ ਵਿੱਚੋਂ ਉਹਨਾਂ ਨੂੰ 3 ਦਿਨਾਂ ਦੌਰਾਨ ਕਾਫੀ ਮੌਤਾਂ ਦੇ ਬਾਰੇ ਵਿੱਚ ਪਤਾ ਚੱਲਿਆ, ਜਿਸ ਦਾ ਕਾਰਨ ਹੀਟ ਵੇਵ ਸੀ। ਬਰਨਵੀ RCMP ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ, ਉਸ ਦੇ ਤਹਿਤ ਦੱਸਿਆ ਗਿਆ ਕਿ ਉਹਨਾਂ ਨੂੰ 25 ਕਾਲਸ ਦੇ ਬਾਰੇ ਇਨਫੋਰਮੇਸ਼ਨ ਮਿਲੀ। ਇਸ ਦੌਰਾਨ ਆਮ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਹੀਟ ਵੇਵ ਦੇ ਦੌਰਾਨ ਉਹ ਆਪਣਾ ਅਤੇ ਪਰਿਵਾਰ ਦਾ ਖਿਆਲ ਰੱਖਣ, ਨਾਲ ਹੀ ਆਪਣੇ ਪਾਲਤੂ ਜਾਨਵਰਾਂ ਦਾ ਵੀ ਖਿਆਲ ਰੱਖਿਆ ਜਾਵੇ। ਦੱਸਣਯੋਗ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੁਣ ਜੋ ਪਹਿਲਾਂ ਗਰਮੀ ਪੈ ਰਹੀ ਸੀ, ਉਸ ਤੋਂ ਹਲਕੀ ਰਾਹਤ ਮਿਲੀ ਹੈ। ਮਾਮਲਾ ਅਮਰੀਕਾ ਦੇ ਮੌਂਟਾਨਾ ਤੋਂ ਸਾਹਮਣੇ ਆਇਆ, ਜਿੱਥੇ ਇੱਕ ਹਾਦਸੇ ਦੇ ਵਿੱਚ 2 ਪੰਜਾਬੀਆਂ ਦੀ ਜਾਨ ਚਲੀ ਗਈ। ਜਾਣਕਾਰੀ ਦੇ ਮੁਤਾਬਕ ਹਾਦਸਾ ਟਰੱਕ ਅਤੇ ਟ੍ਰੇਨ ਦੇ ਵਿਚਕਾਰ ਵਾਪਰਿਆ। ਮੌਕੇ ਦੇ ਉੱਪਰ ਹੀ ਦੋਨਾਂ ਪੰਜਾਬੀਆਂ ਦੀ ਮੌਤ ਹੋ ਗਈ। ਇਹ ਘਟਨਾ 27 ਜੂਨ ਦੀ ਦੱਸੀ ਗਈ ਹੈ, ਜਦੋਂ ਇਹ ਹਾਦਸਾ ਵਾਪਰਿਆ। ਦੋਨਾਂ ਪੰਜਾਬੀਆਂ ਦੀ ਜਿਨ੍ਹਾਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋਈ ਹੈ, ਇਹਨਾਂ ਦੀ ਪਹਿਚਾਣ ਵੀ ਜਨਤਕ ਕੀਤੀ ਗਈ ਹੈ। ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ, ਜਿੱਥੇ ਇੱਕ ਹਾਦਸੇ ਦੇ ਵਿੱਚ 2 ਪੰਜਾਬੀਆਂ ਦੀ ਜਾਨ ਚਲੀ ਗਈ। ਜੀ ਹਾਂ, ਇਹ ਹਾਦਸਾ ਅਮਰੀਕਾ ਦੇ ਸੂਬੇ ਮੌਂਟਾਨਾ ਦੇ ਵਿੱਚ ਵਾਪਰਿਆ, ਜਿੱਥੇ ਟਰੱਕ ਅਤੇ ਰੇਲ ਦੇ ਵਿਚਕਾਰ ਹਾਦਸਾ ਹੋਇਆ। ਇਸ ਦੇ ਵਿੱਚ 2 ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ। ਜਿਨ੍ਹਾਂ ਪੰਜਾਬੀਆਂ ਦੀ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ, ਉਹਨਾਂ ਦੀ ਪੁਲਿਸ ਵੱਲੋਂ ਪਹਿਚਾਣ ਜਨਤਕ ਕੀਤੀ ਗਈ ਹੈ। ਇਸ ਹਾਦਸੇ ਦਾ ਸ਼ਿਕਾਰ ਹੋਏ ਇੱਕ ਪੰਜਾਬੀ ਦੀ ਪਹਿਚਾਣ ਤਰਨਪ੍ਰੀਤ ਸਿੰਘ ਥਾਂਦੀ ਅਤੇ ਦੂਸਰੇ ਦੀ ਸਿਮਰ ਅਟਵਾਲ ਦੇ ਤੌਰ ਦੇ ਉੱਪਰ ਦੱਸੀ ਗਈ ਹੈ। ਜਾਣਕਾਰੀ ਦੇ ਮੁਤਾਬਕ ਤਰਨਪ੍ਰੀਤ ਸਿੰਘ ਥਾਂਦੀ ਪੰਜਾਬ ਦੇ ਵਿੱਚ ਨਵਾਂ ਸ਼ਹਿਰ ਦੇ ਪਿੰਡ ਦੌਲਤਪੁਰ ਦੇ ਨਾਲ ਸੰਬੰਧ ਰੱਖਦਾ ਹੈ। ਇਹ ਹਾਦਸਾ 27 ਜੂਨ ਨੂੰ ਮੌਂਟਾਨਾ ਦੇ ਹਾਈਵੇ 90 ਦੇ ਉੱਪਰ ਵਾਪਰਿਆ, ਜਿੱਥੇ ਟਰੱਕ ਅਤੇ ਰੇਲ ਦੇ ਵਿਚਕਾਰ ਹਾਦਸਾ ਹੋਇਆ। ਪਤਾ ਚੱਲਿਆ ਹੈ ਕਿ ਟਰੱਕ ਡਰਾਈਵਰ ਆਪਣਾ ਟਰੱਕ ਸਟਾਪ ਸਾਈਨ ਉੱਤੇ ਰੋਕਣ ਦੇ ਵਿੱਚ ਅਸਫਲ ਰਿਹਾ ਅਤੇ ਨਤੀਜੇ ਵਜੋਂ ਰੇਲ ਗੱਡੀ ਦੇ ਨਾਲ ਟਰੱਕ ਟਕਰਾ ਗਿਆ, ਜਿਸ ਦੇ ਕਾਰਨ ਇਹ ਮੰਦਭਾਗੀ ਘਟਨਾ ਵਾਪਰੀ ਹੈ। ਇਹ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਟਰੱਕ ਟ੍ਰੇਲਰ ਤੋਂ ਵੱਖ ਹੋ ਗਿਆ ਅਤੇ ਕਾਫੀ ਦੂਰ ਜਾ ਕੇ ਡਿੱਗਿਆ। ਜਦੋਂ ਇਹ ਹਾਦਸਾ ਵਾਪਰਿਆ, ਉਸੇ ਸਮੇਂ ਮੌਕੇ ਦੇ ਉੱਪਰ ਹੀ ਦੋਨਾਂ ਡਰਾਈਵਰਾਂ ਦੀ ਮੌਤ ਹੋ ਗਈ। ਇਹ ਖਬਰ ਸਾਹਮਣੇ ਆਉਣ ਤੋਂ ਬਾਅਦ ਭਾਈਚਾਰੇ ਦੇ ਵਿੱਚ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਮਾਮਲਾ ਐਡਮਿੰਟਨ ਤੋਂ ਸਾਹਮਣੇ ਆਇਆ, ਜਿੱਥੇ ਇੱਕ ਚਰਚ ਨੂੰ ਤੜਕੇ ਅੱਗ ਦੇ ਹਵਾਲੇ ਕੀਤਾ ਗਿਆ। ਪੁਲਿਸ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਜਾਣਕਾਰੀ ਦਿੱਤੀ ਗਈ ਕਿ ਜਦੋਂ ਫਾਇਰ ਕ੍ਰਿਊ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਬੇਸਮੈਂਟ ਵਾਲੇ ਏਰੀਆ ਦੇ ਵਿੱਚ ਅੱਗ ਫੈਲ ਚੁੱਕੀ ਸੀ। ਇਸ ਤੋਂ ਪਹਿਲਾਂ ਵੀ ਬ੍ਰਿਟਿਸ਼ ਕੋਲੰਬੀਆ ਦੇ ਕਈ ਚਰਚਾਂ ਦੇ ਵਿੱਚ ਅੱਗ ਲਗਾਉਣ ਦੇ ਮਾਮਲੇ ਸਾਹਮਣੇ ਆਏ ਹਨ ਤੇ ਹੁਣ ਮਾਮਲੇ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਐਡਮਿੰਟਨ ਦੇ ਚਰਚ, ਜੋ ਕਿ ਇੱਥੋਂ 30 ਕਿਲੋਮੀਟਰ ਨਾਰਥ ਵੱਲ ਹੈ, ਸਵੇਰੇ ਉੱਥੇ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ। ਹੁਣ ਇਸ ਘਟਨਾ ਦੀ RCMP ਵੱਲੋਂ ਜਾਂਚ ਕੀਤੀ ਜਾ ਰਹੀ ਹੈ। RCMP ਵੱਲੋਂ ਇਸ ਨੂੰ ਸਸਪੀਸ਼ੀਅਸ ਦੱਸਿਆ ਗਿਆ ਹੈ। ਜਾਣਕਾਰੀ ਦੇ ਮੁਤਾਬਕ 911 ਦੇ ਉੱਪਰ ਪਹਿਲੀ ਕਾਲ ਤੜਕੇ 3:08 ਦੇ ਉੱਪਰ ਆਈ। ਇਸ ਤੋਂ ਬਾਅਦ ਘਟਨਾ ਵਾਲੀ ਥਾਂ ਦੇ ਉੱਪਰ ਫਾਇਰ ਕ੍ਰਿਊ 3:20 ਦੇ ਉੱਪਰ ਪਹੁੰਚੇ। ਜਦੋਂ ਇੱਥੇ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਅੱਗ ਬੇਸਮੈਂਟ ਸਟਰਕਚਰ ਦੇ ਵਿੱਚ ਫੈਲ ਚੁੱਕੀ ਸੀ। ਫਾਇਰ ਕ੍ਰੂ ਵੱਲੋਂ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ, ਪਰ ਇੱਥੇ ਅੱਗ ਦੇ ਕਾਰਨ ਧੂਆਂ ਕਾਫੀ ਜ਼ਿਆਦਾ ਫੈਲਿਆ ਹੋਇਆ ਸੀ। ਆਸ-ਪਾਸ ਦੇ ਲੋਕਾਂ ਨੂੰ ਕਿਹਾ ਗਿਆ ਕਿ ਉਹ ਆਪਣੇ ਘਰ ਖਾਲੀ ਕਰ ਦੇਣ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਚਰਚ ਦੇ ਵਿੱਚ ਅੱਗ ਲੱਗੀ ਹੋਈ ਹੈ। ਆਸ-ਪਾਸ ਜਿਹੜੇ ਲੋਕ ਰਹਿੰਦੇ ਨੇ, ਉਹਨਾਂ ਵੱਲੋਂ ਇਸ ਘਟਨਾ ਸੰਬੰਧੀ ਆਪਣੇ ਵਿਚਾਰਾਂ ਦੀ ਵੀ ਸਾਂਝ ਪਾਈ ਗਈ ਕਿ ਉਹਨਾਂ ਨੂੰ ਕੀ ਨਜ਼ਰ ਆਇਆ। ਘਟਨਾ ਵਾਲੀ ਥਾਂ ਦੇ ਉੱਪਰ 50 ਫਾਇਰ ਫਾਈਟਰ ਮੌਜੂਦ ਸਨ ਤੇ ਨਾਲ ਹੀ ਇਨਵੈਸਟੀਗੇਟਰਸ ਦੇ ਵੱਲੋਂ ਵੀ ਇਸ ਦੌਰਾਨ ਜਾਂਚ ਕੀਤੀ ਜਾ ਰਹੀ ਸੀ।
ਪਤਾ ਚੱਲਿਆ ਹੈ ਕਿ ਸਵੇਰੇ 7 ਵਜੇ ਅੱਗ ਦੇ ਉੱਪਰ ਕਾਬੂ ਪਾਇਆ ਗਿਆ। ਇਸ ਤੋਂ ਪਹਿਲਾਂ ਵੀ ਬ੍ਰਿਟਿਸ਼ ਕੋਲੰਬੀਆ ਦੇ ਕਈ ਚਰਚਾਂ ਨੂੰ ਅੱਗ ਦੇ ਹਵਾਲੇ ਕੀਤਾ ਜਾ ਚੁੱਕਿਆ ਹੈ। ਹਾਲ ਹੀ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ 4 ਸਮਾਲ ਕੈਥੋਲਿਕ ਚਰਚਾਂ ਦੇ ਵਿੱਚ ਵੀ ਅੱਗ ਲੱਗਣ ਦੇ ਮਾਮਲੇ ਸਾਹਮਣੇ ਆਏ ਹਨ। ਓਨਟਾਰੀਓ ਵੱਲੋਂ ਜੋ ਆਪਣਾ ਰੀਓਪਨਿੰਗ ਪਲਾਨ ਸਾਂਝਾ ਕੀਤਾ ਗਿਆ ਸੀ, ਉਸ ਦੇ ਦੂਸਰੇ ਪੜਾਅ ਦੀ ਅੱਜ ਤੋਂ ਸ਼ੁਰੂਆਤ ਹੋਣ ਜਾ ਰਹੀ ਹੈ। ਓਨਟਾਰੀਓ ਵਾਸੀਆਂ ਨੂੰ ਹੁਣ ਹੋਰ ਵੀ ਪਾਬੰਦੀਆਂ ਦੇ ਵਿੱਚ ਰਾਹਤ ਦਿੱਤੀ ਜਾ ਰਹੀ ਹੈ, ਜਿੱਥੇ ਹੁਣ ਜ਼ਿਆਦਾ ਲੋਕਾਂ ਦੇ ਨਾਲ ਇਕੱਠ ਹੋ ਸਕੇਗਾ ਤੇ ਨਾਲ ਹੀ ਜਿਹੜੇ ਸੈਲੂਨ ਨੇ ਉਹਨਾਂ ਨੂੰ ਵੀ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਹੋਰ ਕਿਹੜੀ ਚੀਜ਼ ਦੇ ਵਿੱਚ ਰਾਹਤ ਹੋਵੇਗੀ, ਸਾਰੀ ਜਾਣਕਾਰੀ ਤੁਹਾਡੇ ਨਾਲ ਇਸ ਖਬਰ ਦੇ ਵਿੱਚ ਸਾਂਝੀ ਕਰਾਂਗੇ। ਓਨਟਾਰੀਓ ਵਾਸੀਆਂ ਨੂੰ ਹੁਣ ਕਰੋਨਾ ਪਾਬੰਦੀਆਂ ਦੇ ਵਿੱਚ ਹੋਰ ਵੀ ਰਾਹਤ ਮਿਲਣ ਜਾ ਰਹੀ ਹੈ, ਕਿਉਂਕਿ ਅੱਜ ਤੋਂ ਓਨਟਾਰੀਓ ਦੇ ਵਿੱਚ ਰੀਓਪਨਿੰਗ ਦੇ ਦੂਸਰੇ ਪੜਾਅ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਓਨਟਾਰੀਓ ਦੇ ਵਿੱਚ ਵਾਟਰਲੂ ਪਬਲਿਕ ਹੈਲਥ ਤੋਂ ਇਲਾਵਾ ਬਾਕੀ ਸਾਰੀਆਂ ਜਗ੍ਹਾ ਦੇ ਉੱਪਰ ਢਿੱਲ ਦਿੱਤੀ ਜਾ ਰਹੀ ਹੈ। ਇਸ ਦੂਸਰੇ ਪੜਾਅ ਦੇ ਤਹਿਤ ਓਨਟਾਰੀਓ ਵਾਸੀ ਹੇਅਰ ਕੱਟ ਲੈ ਸਕਦੇ ਨੇ, ਜਿਸ ਦਾ ਮਤਲਬ ਹੈ ਕਿ ਹੇਅਰ ਸੈਲੂਨ ਖੁੱਲ੍ਹਣ ਜਾ ਰਹੇ ਹਨ। ਪਰਿਵਾਰ ਹੁਣ ਆਪਣੀ ਪਸੰਦੀਦਾ ਅਮਿਊਜ਼ਮੈਂਟ ਪਾਰਕ ਦੇ ਵਿੱਚ ਜਾ ਸਕਣਗੇ। ਇਸ ਤੋਂ ਪਹਿਲਾਂ ਓਨਟਾਰੀਓ ਦੇ ਵਿੱਚ ਜੂਨ 11 ਨੂੰ ਰੀਓਪਨਿੰਗ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਕੀਤੀ ਗਈ ਸੀ ਤੇ ਅੱਜ ਤੋਂ ਓਨਟਾਰੀਓ ਦੇ ਵਿੱਚ ਦੂਸਰਾ ਪੜਾਅ ਲਾਗੂ ਹੋਣ ਜਾ ਰਿਹਾ ਹੈ, ਕਿਉਂਕਿ ਇੱਥੇ 70% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਲੱਗ ਚੁੱਕੀ ਹੈ ਤੇ 20% ਦੀ ਓਨਟਾਰੀਓ ਵਾਸੀਆਂ ਨੂੰ ਕੋਵਿਡ-19 ਵੈਕਸੀਨ ਦੇ 2 ਸ਼ਾਟ ਲੱਗ ਚੁੱਕੇ ਨੇ। ਇਸ ਦੂਸਰੇ ਪੜਾਅ ਦੇ ਤਹਿਤ ਪਰਸਨਲ ਕੇਅਰ ਸਰਵਿਸਿਜ਼ ਜਿਵੇਂ ਕਿ ਹੇਅਰ ਅਤੇ ਨੇਲ ਸੈਲੂਨ ਇਹਨਾਂ ਨੂੰ ਖੋਲ੍ਹਿਆ ਜਾ ਸਕਦਾ ਹੈ। ਇੰਡੋਰ ਫੈਸਿਲਿਟੀਜ਼ 25% ਦੀ ਕੈਪੈਸਿਟੀ ਦੇ ਨਾਲ ਖੋਲ੍ਹੀਆਂ ਜਾ ਸਕਣਗੀਆਂ। ਇੰਡੋਰ ਅਤੇ ਆਊਟਡੋਰ ਗੈਦਰਿੰਗ ਦੇ ਵਿੱਚ 25 ਜਾਣਿਆਂ ਦੇ ਇਕੱਠ ਦੀ ਇਜਾਜ਼ਤ ਹੋਵੇਗੀ। ਵੱਖ-ਵੱਖ ਘਰਾਂ ਤੋਂ 5 ਜਾਣੇ ਇੰਡੋਰ ਗੈਦਰਿੰਗ ਦੇ ਵਿੱਚ ਸ਼ਾਮਿਲ ਹੋ ਸਕਣਗੇ। ਵਿਆਹ ਸਮਾਗਮ, ਸੰਸਕਾਰ ਅਤੇ ਹੋਰ ਧਾਰਮਿਕ ਸਮਾਗਮਾਂ ਦੇ ਵਿੱਚ 15% ਦੀ ਇਕੱਠ ਦੀ ਇਜਾਜ਼ਤ ਹੋਵੇਗੀ। ਜੇਕਰ ਇਸ ਤਰ੍ਹਾਂ ਦਾ ਇਕੱਠ ਆਊਟਡੋਰ ਕਰਵਾਇਆ ਜਾਂਦਾ ਹੈ ਤੇ ਉੱਥੇ ਫਿਜ਼ੀਕਲ ਡਿਸਟੈਂਸਿੰਗ ਦਾ ਖਿਆਲ ਰੱਖਣਾ ਜ਼ਰੂਰੀ ਹੋਵੇਗਾ। ਅਸੈਂਸ਼ੀਅਲ ਰੀਟੇਲ, ਲਿਕਰ ਸਟੋਰ, ਨਾਨ ਅਸੈਂਸ਼ੀਅਲ ਰੀਟੇਲ ਦੇ ਵਿੱਚ 50% ਦੀ ਕੈਪੈਸਿਟੀ ਦੀ ਪਰਮਿਸ਼ਨ ਦਿੱਤੀ ਗਈ ਹੈ। ਰੈਸਟੋਰੈਂਟ, ਬਾਰ, ਕੈਰੀਓਕੇ, ਸਟ੍ਰਿਪ ਕਲੱਬਸ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਹੁਣ ਇੱਕ ਟੇਬਲ ਦੇ ਉੱਪਰ 6 ਜਾਣੇ ਬੈਠ ਸਕਣਗੇ। ਇਸ ਦੂਸਰੇ ਪੜਾਅ ਦੇ ਤਹਿਤ ਪਰਫਾਰਮਿੰਗ ਆਰਟ ਵੈਨਿਊ, ਆਊਟਡੋਰ ਅਤੇ ਇੰਡੋਰ ਕਨਸਰਟ ਵੈਨਿਊ ਦੀ ਇਜਾਜ਼ਤ ਹੋਵੇਗੀ। ਡੇ ਅਤੇ ਓਵਰਨਾਈਟ ਕੈਂਪਸ ਦੀ ਇਜਾਜ਼ਤ ਹੋਵੇਗੀ। ਸਪੋਰਟ, ਰੀਕ੍ਰੀਏਸ਼ਨਲ ਫਿਟਨੈਸ ਫੈਸਿਲਿਟੀਜ਼, ਜਿਮ, ਪਰਸਨਲ ਫਿਟਨੈਸ ਅਤੇ ਟ੍ਰੇਨਿੰਗ ਵੀ ਕੀਤੀ ਜਾ ਸਕੇਗੀ। ਇਸ ਪੜਾਅ ਦੇ ਤਹਿਤ ਲਾਇਬ੍ਰੇਰੀ ਨੂੰ 25% ਦੀ ਕੈਪੈਸਿਟੀ ਦੇ ਨਾਲ ਖੋਲ੍ਹਿਆ ਜਾ ਸਕੇਗਾ। ਫੇਅਰ, ਰੂਰਲ ਐਗਜ਼ੀਬਿਸ਼ਨ ਦੀ ਵੀ ਪਰਮਿਸ਼ਨ ਦਿੱਤੀ ਗਈ ਹੈ। ਹਾਲ ਹੀ ਦੇ ਵਿੱਚ ਕੈਨੇਡਾ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਹੁਣ ਕੈਨੇਡਾ ਦੇ ਵਿੱਚ COPR ਧਾਰਕ ਵੀ ਦਾਖਲ ਹੋ ਸਕਦੇ ਨੇ। ਇਸ ਤੋਂ ਬਾਅਦ ਕਿਹਾ ਗਿਆ ਸੀ ਕਿ ਜਲਦ ਹੀ ਇਹ ਜਾਣਕਾਰੀ ਦਿੱਤੀ ਜਾਵੇਗੀ ਕਿ ਜਿਨ੍ਹਾਂ ਦੀ COPR ਐਕਸਪਾਇਰ ਹੋ ਚੁੱਕੀ ਹੈ ਉਹ ਕਿਸ ਤਰ੍ਹਾਂ ਰੀਨਿਊ ਕਰ ਸਕਦੇ ਨੇ। ਇਸ ਦੇ ਬਾਰੇ ਹੁਣ IRCC ਨੇ ਜਾਣਕਾਰੀ ਸਾਂਝੀ ਕੀਤੀ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਕਿਵੇਂ ਤੁਸੀਂ ਆਪਣੀ COPR ਰੀਨਿਊ ਕਰਵਾ ਸਕਦੇ ਹੋ। ਕੈਨੇਡਾ ਵੱਲੋਂ ਹਾਲ ਹੀ ਦੇ ਵਿੱਚ ਐਲਾਨ ਕੀਤਾ ਗਿਆ ਕਿ ਜਿਨ੍ਹਾਂ ਦੇ ਕੋਲ ਵੈਲਿਡ COPR ਹੈ ਉਹ ਕੈਨੇਡਾ ਦੇ ਵਿੱਚ ਹੁਣ ਦਾਖਲ ਹੋ ਸਕਦੇ ਹਨ। IRCC ਵੱਲੋਂ ਉਹਨਾਂ ਦੇ ਵਾਸਤੇ ਇੰਸਟਰਕਸ਼ਨਸ ਜਾਰੀ ਕੀਤੀਆਂ ਗਈਆਂ ਜਿਨ੍ਹਾਂ ਦਾ COPR ਐਕਸਪਾਇਰ ਹੋ ਚੁੱਕਿਆ ਹੈ। ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਮੁਤਾਬਕ ਜਿਨ੍ਹਾਂ ਦਾ COPR ਐਕਸਪਾਇਰ ਹੋ ਚੁੱਕਿਆ ਹੈ ਉਹਨਾਂ ਨੂੰ ਇਹ ਰੀਨਿਊ ਕਰਾਉਣਾ ਜ਼ਰੂਰੀ ਹੋਵੇਗਾ। ਜੇਕਰ ਤੁਹਾਡੇ COPR ਦੀ ਮਿਆਦ ਲੰਘ ਚੁੱਕੀ ਹੈ ਤਾਂ IRCC ਦੀ ਜਾਣਕਾਰੀ ਦੇ ਮੁਤਾਬਕ ਤੁਹਾਨੂੰ ਵਿਭਾਗ ਵੱਲੋਂ ਇਸ ਦੇ ਨਾਲ ਸੰਬੰਧਿਤ ਇੱਕ ਈਮੇਲ ਭੇਜੀ ਜਾਵੇਗੀ। ਜੇਕਰ ਤੁਸੀਂ ਕੈਨੇਡਾ ਆਉਣਾ ਚਾਹੁੰਦੇ ਹੋ ਤਾਂ ਤੁਹਾਡੇ ਵਾਸਤੇ ਇਸ ਈਮੇਲ ਦਾ ਜਵਾਬ ਦੇਣਾ ਜ਼ਰੂਰੀ ਹੈ। ਇਸ ਤੋਂ ਬਾਅਦ IRCC ਵੱਲੋਂ ਤੁਹਾਡੇ ਕੋਲੋਂ ਨਵੇਂ ਮੈਡੀਕਲਸ ਪੁੱਛੇ ਜਾਣਗੇ ਤੇ ਤੁਹਾਡੀ ਅਪਡੇਟਡ ਜਾਣਕਾਰੀ ਹਾਸਲ ਕੀਤੀ ਜਾਵੇਗੀ। ਜੇਕਰ ਤੁਸੀਂ ਇਹ ਪੁੱਛੀ ਗਈ ਜਾਣਕਾਰੀ ਸਾਂਝੀ ਨਹੀਂ ਕਰਦੇ ਤਾਂ ਤੁਹਾਡੀ ਫਾਈਲ ਬੰਦ ਕਰ ਦਿੱਤੀ ਜਾਵੇਗੀ। ਸਰਕਾਰ ਨੇ ਜਾਣਕਾਰੀ ਦਿੱਤੀ ਹੈ ਕਿ ਜਿਨ੍ਹਾਂ ਦੀ ਮਾਰਚ 18, 2020 ਤੋਂ ਪਹਿਲਾਂ COPR ਐਕਸਪਾਇਰ ਹੋ ਚੁੱਕੀ ਹੈ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਚੁੱਕਿਆ ਹੈ। ਜੇਕਰ ਤੁਹਾਡੇ ਕੋਲ ਵਿਭਾਗ ਨੇ ਨਵੇਂ ਡਾਕੂਮੈਂਟਸ ਮੰਗੇ ਹਨ ਤੇ ਇਹ ਉਹਨਾਂ ਨੂੰ ਮੁਹੱਈਆ ਕਰਵਾਉਣੇ ਤੁਹਾਡੇ ਲਈ ਜ਼ਰੂਰੀ ਹੋਣਗੇ। ਜਦੋਂ ਤੁਹਾਨੂੰ IRCC ਵੱਲੋਂ ਈਮੇਲ ਭੇਜੀ ਜਾਵੇਗੀ ਤਾਂ ਤੁਹਾਨੂੰ ਤੁਹਾਡੀ ਫੈਮਿਲੀ ਸਿਚੁਏਸ਼ਨ ਦੇ ਬਾਰੇ ਪੁੱਛਿਆ ਜਾਵੇਗਾ, ਜਿਸ ਦਾ ਮਤਲਬ ਹੈ ਕਿ ਤੁਸੀਂ ਵਿਆਹੇ ਹੋਏ ਹੋ, ਡਾਈਵੋਰਸਡ ਹੋ ਜਾਂ ਤੁਹਾਡਾ ਕੋਈ ਬੱਚਾ ਹੋਇਆ ਹੈ। ਇਸ ਸੰਬੰਧੀ ਸਵਾਲ ਪੁੱਛੇ ਜਾਣਗੇ। ਜੇਕਰ ਕੋਈ ਵੀ ਤਬਦੀਲੀ ਆਈ ਹੈ ਤਾਂ IRCC ਵੱਲੋਂ ਇਸ ਨੂੰ ਅਪਡੇਟ ਕਰ ਦਿੱਤਾ ਜਾਵੇਗਾ। ਹੋ ਸਕਦਾ ਹੈ ਕਿ ਤੁਹਾਨੂੰ ਨਵੇਂ ਡਾਕੂਮੈਂਟਸ ਜਮ੍ਹਾਂ ਕਰਵਾਉਣ ਦੇ ਲਈ ਵੀ ਕਿਹਾ ਜਾਵੇ। ਇਸ ਦੇ ਵਿੱਚ ਪੁਲਿਸ ਸਰਟੀਫਿਕੇਟਸ ਅਤੇ ਮੈਡੀਕਲ ਐਗਜ਼ਾਮ ਸ਼ਾਮਿਲ ਹੋਣਗੇ।
IRCC ਵੱਲੋਂ ਇੱਕ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿੱਥੇ ਉਹਨਾਂ ਨੇ ਦੱਸਿਆ ਹੈ ਕਿ PR ਦੀ ਅਰਜ਼ੀ ਜਮ੍ਹਾਂ ਕਰਵਾਉਣ ਵਾਲਿਆਂ ਨੂੰ ਹੁਣ ਮੈਡੀਕਲ ਐਗਜ਼ਾਮ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਵਾਸਤੇ ਕ੍ਰਾਈਟੇਰੀਆ ਹੈ ਜੋ ਪੂਰਾ ਕਰਨਾ ਪਵੇਗਾ। IRCC ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਇਹ ਜੋ ਕਦਮ ਚੁੱਕਿਆ ਜਾ ਰਿਹਾ ਹੈ ਇਸ ਦੇ ਨਾਲ ਪ੍ਰੋਸੈਸਿੰਗ ਦੇ ਵਿੱਚ ਤੇਜ਼ੀ ਆਵੇਗੀ। ਕੈਨੇਡਾ ਵੱਲੋਂ ਕੁਝ ਇਮੀਗ੍ਰੈਂਟਸ ਨੂੰ ਕੁਝ ਸਮੇਂ ਦੇ ਵਾਸਤੇ ਮੈਡੀਕਲ ਐਗਜ਼ਾਮ ਤੋਂ ਰਾਹਤ ਦਿੱਤੀ ਜਾ ਰਹੀ ਹੈ। ਜਿਹੜੇ ਫੋਰਨ ਨੈਸ਼ਨਲਸ ਕੈਨੇਡਾ ਦੇ ਵਿੱਚ ਹਨ ਉਹਨਾਂ ਨੂੰ ਹੁਣ ਆਪਣੀ ਇਮੀਗ੍ਰੇਸ਼ਨ ਐਪਲੀਕੇਸ਼ਨ ਦੇ ਵਿੱਚ ਮੈਡੀਕਲ ਐਗਜ਼ਾਮ ਨੂੰ ਪੂਰਾ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਜਦੋਂ ਕੋਈ ਵੀ ਐਪਲੀਕੈਂਟ PR ਦੇ ਵਾਸਤੇ ਜਾਂ ਫਿਰ ਪਰਮਨੈਂਟ ਰੈਜ਼ੀਡੈਂਟ ਵੀਜ਼ਾ ਦੇ ਵਾਸਤੇ ਅਪਲਾਈ ਕਰਦਾ ਹੈ ਉਸ ਨੂੰ ਇਮੀਗ੍ਰੇਸ਼ਨ ਮੈਡੀਕਲ ਐਗਜ਼ਾਮ ਜਾਂ ਫਿਰ ਯੂਨੀਕ ਮੈਡੀਕਲ ਆਇਡੈਂਟੀਫਾਇਰ ਨੰਬਰ ਜਮ੍ਹਾਂ ਕਰਵਾਉਣਾ ਹੁੰਦਾ ਹੈ। ਪਰ ਨਵੀਂ ਪਾਲਿਸੀ ਦੇ ਵਿੱਚ ਹੁਣ ਇਸ ਤੋਂ ਰਾਹਤ ਦਿੱਤੀ ਗਈ ਹੈ। ਇਹ ਨਵੀਂ ਪਬਲਿਕ ਪਾਲਿਸੀ ਕੁਝ ਫੋਰਨ ਨੈਸ਼ਨਲਸ ਦੇ ਉੱਪਰ ਅਪਲਾਈ ਹੋਵੇਗੀ। ਇਹ ਉਹਨਾਂ ਦੇ ਉੱਪਰ ਅਪਲਾਈ ਹੋਵੇਗੀ ਜਿਨ੍ਹਾਂ ਵੱਲੋਂ PR ਦੇ ਲਈ ਅਪਲਾਈ ਕੀਤਾ ਗਿਆ ਹੈ ਪਰ ਉਹਨਾਂ ਵੱਲੋਂ ਆਪਣਾ ਨਵਾਂ ਇਮੀਗ੍ਰੇਸ਼ਨ ਮੈਡੀਕਲ ਐਗਜ਼ਾਮ ਪੂਰਾ ਨਹੀਂ ਕੀਤਾ ਗਿਆ, ਜਾਂ ਫਿਰ ਉਹਨਾਂ ਦੇ ਉੱਪਰ ਜਿਨ੍ਹਾਂ ਵੱਲੋਂ ਆਪਣਾ ਮੈਡੀਕਲ ਐਗਜ਼ਾਮ 5 ਸਾਲਾਂ ਦੇ ਵਿੱਚ ਪੂਰਾ ਕੀਤਾ ਗਿਆ ਹੈ ਤੇ ਉਸ ਦੇ ਵਿੱਚ ਸਿਹਤ ਦੇ ਨਾਲ ਜੁੜਿਆ ਹੋਇਆ ਕੋਈ ਵੀ ਰਿਸਕ ਸਾਹਮਣੇ ਨਹੀਂ ਆਇਆ, ਜਾਂ ਫਿਰ ਉਹਨਾਂ ਫੋਰਨ ਨੈਸ਼ਨਲਸ ਦੇ ਉੱਪਰ ਲਾਗੂ ਹੋਵੇਗੀ ਜਿਨ੍ਹਾਂ ਵੱਲੋਂ ਪਿਛਲੇ ਸਾਲ 6 ਮਹੀਨਿਆਂ ਤੋਂ ਵੱਧ ਸਮੇਂ ਦੇ ਲਈ ਕੈਨੇਡਾ ਨਹੀਂ ਛੱਡਿਆ ਗਿਆ। ਐਪਲੀਕੈਂਟਸ ਦੇ ਪਰਿਵਾਰਕ ਮੈਂਬਰ ਵੀ ਇਸ ਦੇ ਵਾਸਤੇ ਐਲੀਜੀਬਲ ਹੋਣਗੇ ਪਰ ਉਹਨਾਂ ਨੂੰ ਵੀ ਕ੍ਰਾਈਟੇਰੀਆ ਪੂਰਾ ਕਰਨਾ ਹੋਵੇਗਾ। ਇਹ ਪਾਲਿਸੀ ਦਸੰਬਰ 28, 2021 ਤੱਕ ਜਾਰੀ ਰਹੇਗੀ। ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਇਸ ਦੇ ਨਾਲ ਇਮੀਗ੍ਰੇਸ਼ਨ ਦੇ ਵਿੱਚ ਤੇਜ਼ੀ ਲਿਆਂਦੀ ਜਾਵੇਗੀ। ਸਰਕਾਰ ਵੱਲੋਂ ਜੋ ਆਪਣਾ ਇਮੀਗ੍ਰੇਸ਼ਨ ਲੈਵਲਸ ਪਲਾਨ ਐਲਾਨ ਕੀਤਾ ਗਿਆ ਉਸ ਦੇ ਮੁਤਾਬਕ ਟਾਰਗੇਟ ਪੂਰਾ ਕਰਨ ਦੇ ਵਾਸਤੇ ਇਮੀਗ੍ਰੇਸ਼ਨ ਵਿਭਾਗ ਕਾਫੀ ਜ਼ਿਆਦਾ ਗੰਭੀਰ ਨਜ਼ਰ ਆ ਰਿਹਾ ਹੈ। ਯੂਰਪ ਵੱਲੋਂ ਹੁਣ ਕੈਨੇਡਾ ਨੂੰ ਰਾਹਤ ਦਿੱਤੀ ਜਾ ਰਹੀ ਹੈ। ਯੂਰਪ ਵੱਲੋਂ ਕੈਨੇਡਾ ਅਤੇ 10 ਹੋਰ ਦੇਸ਼ਾਂ ਨੂੰ ਆਪਣੀ ਸੇਫ ਟਰੈਵਲ ਲਿਸਟ ਦੇ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਹੈ, ਜਿਸ ਦਾ ਮਤਲਬ ਹੈ ਕਿ ਕੈਨੇਡਾ ਨੂੰ ਵੀ ਯੂਰਪ ਵੱਲੋਂ ਨਾਨ ਐਸੈਂਸ਼ੀਅਲ ਟਰੈਵਲ ਦੀ ਇਜਾਜ਼ਤ ਦਿੱਤੀ ਜਾਵੇਗੀ। ਯੂਰਪ ਵੱਲੋਂ ਕੈਨੇਡਾ ਨੂੰ ਰਾਹਤ ਦਿੱਤੀ ਗਈ ਹੈ ਜਿੱਥੇ ਯੂਰਪ ਵੱਲੋਂ ਹੁਣ ਕੈਨੇਡਾ ਨੂੰ ਨਾਨ ਐਸੈਂਸ਼ੀਅਲ ਟਰੈਵਲ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਯੂਰਪ ਵੱਲੋਂ ਹੁਣ ਕੈਨੇਡਾ ਨੂੰ ਆਪਣੀ ਸੇਫ ਟਰੈਵਲ ਲਿਸਟ ਦੇ ਵਿੱਚ ਸ਼ਾਮਲ ਕੀਤਾ ਜਾਵੇਗਾ। ਯੂਰਪੀਅਨ ਯੂਨੀਅਨ ਗਵਰਨਮੈਂਟਸ ਦੇ ਵੱਲੋਂ ਇਸ ਨੂੰ ਲੈ ਕੇ ਸਹਿਮਤੀ ਪ੍ਰਗਟਾਈ ਗਈ ਹੈ ਕਿ ਕੈਨੇਡਾ ਅਤੇ 10 ਹੋਰ ਦੇਸ਼ਾਂ ਨੂੰ ਆਪਣੀ ਲਿਸਟ ਦੇ ਵਿੱਚ ਸ਼ਾਮਲ ਕੀਤਾ ਜਾਵੇਗਾ ਜਿਸ ਦੇ ਤਹਿਤ ਨਾਨ ਐਸੈਂਸ਼ੀਅਲ ਟਰੈਵਲ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਇਸ ਦੀ ਜਾਣਕਾਰੀ ਯੂਰਪ ਡਿਪਲੋਮੈਟਸ ਦੇ ਵੱਲੋਂ ਸਾਂਝੀ ਕੀਤੀ ਗਈ। ਇਸ ਦੇ ਨਾਲ ਹੀ ਇਹ ਵੀ ਪਤਾ ਚੱਲਿਆ ਹੈ ਕਿ EU ਮੈਂਬਰ ਬ੍ਰਿਟੇਨ ਨੂੰ ਇਸ ਲਿਸਟ ਦੇ ਵਿੱਚ ਸ਼ਾਮਿਲ ਨਹੀਂ ਕੀਤਾ ਜਾ ਰਿਹਾ। ਇਸ ਦਾ ਕਾਰਨ ਡੈਲਟਾ ਵੇਰੀਐਂਟ ਦੱਸਿਆ ਗਿਆ। ਡੈਲਟਾ ਵੇਰੀਐਂਟ ਦਾ ਫੈਲਾਅ ਕਾਫੀ ਤੇਜ਼ੀ ਦੇ ਨਾਲ ਹੋ ਰਿਹਾ ਹੈ ਜਿਸ ਤੋਂ ਬਾਅਦ ਯੂਰਪ ਵੱਲੋਂ ਆਪਣੀ ਸੇਫ ਲਿਸਟ ਦੇ ਵਿੱਚ ਬ੍ਰਿਟੇਨ ਦਾ ਨਾਮ ਨਹੀਂ ਸ਼ਾਮਿਲ ਕੀਤਾ ਗਿਆ। ਯੂਰਪ ਵੱਲੋਂ ਜਿਹੜੇ 11 ਦੇਸ਼ਾਂ ਨੂੰ ਆਪਣੀ ਸੂਚੀ ਦੇ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਹੈ ਉਸ ਦੇ ਵਿੱਚ ਅਜ਼ਰਬੈਜਾਨ, ਆਰਮੀਨੀਆ, ਕੈਨੇਡਾ, ਕਤਰ, ਸਾਊਦੀ ਅਰੇਬੀਆ ਅਤੇ ਹੋਰ ਵੀ ਕਈ ਦੇਸ਼ ਸ਼ਾਮਿਲ ਹਨ। ਇਸ ਸੂਚੀ ਦੇ ਵਿੱਚ ਹਾਂਗਕਾਂਗ ਅਤੇ ਮਕਾਓ ਨੂੰ ਵੀ ਰਾਹਤ ਦਿੱਤੀ ਗਈ ਹੈ। ਯੂਰਪ ਵੱਲੋਂ ਨਾਨ ਐਸੈਂਸ਼ੀਅਲ ਟਰੈਵਲ ਦੀ ਇਜਾਜ਼ਤ ਤਾਂ ਦਿੱਤੀ ਜਾ ਰਹੀ ਹੈ ਪਰ ਨਾਲ ਹੀ ਉਹਨਾਂ ਵੱਲੋਂ ਨੈਗੇਟਿਵ COVID-19 ਟੈਸਟ ਵੀ ਮੰਗਿਆ ਜਾਵੇਗਾ ਤੇ ਕੁਆਰੰਟਾਈਨ ਸੰਬੰਧੀ ਵੀ ਉਹਨਾਂ ਵੱਲੋਂ ਆਪਣੇ ਨਿਯਮ ਲਿਆਂਦੇ ਗਏ ਹਨ। ਇਸ ਵਾਰ ਦਾ ਕੈਨੇਡਾ ਡੇ ਆਮ ਨਾਲੋਂ ਵੱਖਰਾ ਹੋਵੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪਹਿਲਾਂ ਹੀ ਇਹ ਕਹਿ ਦਿੱਤਾ ਗਿਆ ਕਿ ਇਸ ਵਾਰ ਦਾ ਕੈਨੇਡਾ ਡੇ ਮੂਲ ਨਿਵਾਸੀਆਂ ਦੇ ਨਾਮ ਰਹੇਗਾ। ਬਹੁਤੀਆਂ ਜਗ੍ਹਾ ਦੇ ਉੱਪਰ ਜਿੱਥੇ ਸਮਾਗਮ ਕਰਵਾਏ ਜਾਣੇ ਸਨ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਦਾ ਕਾਰਨ ਜੋ ਬ੍ਰਿਟਿਸ਼ ਕੋਲੰਬੀਆ ਅਤੇ ਸਸਕੈਚੁਆਨ ਦੇ ਵਿੱਚੋਂ ਬੇਨਾਮ ਕਬਰਾਂ ਅਤੇ ਅਵਸ਼ੇਸ਼ ਬਰਾਮਦ ਹੋਏ ਸਨ ਤੇ ਇਸ ਵਾਰ ਦਾ ਜਿਹੜਾ ਕੈਨੇਡਾ ਡੇ ਹੈ ਉਹ ਕਿਸ ਤਰ੍ਹਾਂ ਦਾ ਹੋਵੇਗਾ ਸਾਰੀ ਜਾਣਕਾਰੀ ਤੁਹਾਨੂੰ ਇਸ ਖਬਰ ਦੇ ਵਿੱਚ ਦਿਆਂਗੇ। ਇਸ ਵਾਰ ਦਾ ਕੈਨੇਡਾ ਡੇ ਕੁਝ ਵੱਖਰਾ ਹੋਵੇਗਾ ਕਿਉਂਕਿ ਇਸ ਵਾਰ ਦਾ ਕੈਨੇਡਾ ਡੇ ਮੂਲ ਨਿਵਾਸੀਆਂ ਦੇ ਨਾਮ ਰਹਿਣ ਵਾਲਾ ਹੈ। ਆਮ ਸਾਲਾਂ ਦੇ ਵਿੱਚ ਜਿਸ ਤਰ੍ਹਾਂ ਇਹ ਦਿਹਾੜਾ ਮਨਾਇਆ ਜਾਂਦਾ ਸੀ ਇਸ ਵਾਰ ਅਜਿਹਾ ਨਹੀਂ ਹੋਵੇਗਾ। ਇਸ ਦਾ ਇੱਕ ਕਾਰਨ ਕਰੋਨਾ ਪੈਂਡੈਮਿਕ ਹੈ ਤੇ ਦੂਸਰਾ ਜੋ ਬ੍ਰਿਟਿਸ਼ ਕੋਲੰਬੀਆ ਅਤੇ ਸਸਕੈਚੁਆਨ ਦੇ ਵਿੱਚ ਬੇਨਾਮ ਕਬਰਾਂ ਮਿਲੀਆਂ ਹਨ। ਬ੍ਰਿਟਿਸ਼ ਕੋਲੰਬੀਆ ਦੀਆਂ ਕੁਝ ਮਿਊਨਿਸਪੈਲਿਟੀਜ਼ ਜਿਸ ਦੇ ਵਿੱਚ ਵਿਕਟੋਰੀਆ, ਪੈਂਟੈਕਟਨ, ਕਲੋਵਨਾ ਅਤੇ ਪੋਰਟ ਹਾਰਟੀ ਸ਼ਾਮਿਲ ਹੈ ਇੱਥੇ ਕੋਈ ਵੀ ਫਾਰਮਲ ਸੈਲੀਬ੍ਰੇਸ਼ਨ ਨਹੀਂ ਹੋਵੇਗੀ। ਸਿਟੀ ਆਫ ਵੈਨਕੂਵਰ ਵੱਲੋਂ ਆਪਣਾ ਸਿਟੀ ਹਾਲ ਲਾਈਟ ਅਪ ਕੀਤਾ ਜਾਵੇਗਾ। ਇਹ ਉਹਨਾਂ ਵੱਲੋਂ 215 ਬੱਚਿਆਂ ਦੀ ਯਾਦ ਦੇ ਵਿੱਚ ਕੀਤਾ ਜਾਵੇਗਾ ਜਿਨ੍ਹਾਂ ਦੇ ਰਿਮੇਨਸ ਕੈਨੇਡਾ ਦੇ ਸਾਬਕਾ ਰਿਹਾਇਸ਼ੀ ਸਕੂਲ ਦੇ ਵਿੱਚੋਂ ਮਿਲੇ ਸਨ। ਪੋਰਟ ਮੂਡੀ ਦੇ ਵਿੱਚ ਇਸ ਵਾਰ ਡਰਾਈਵ ਥਰੂ ਇਵੈਂਟ ਮਨਾਇਆ ਜਾਣਾ ਸੀ ਪਰ ਰੈਜ਼ੀਡੈਂਸ਼ੀਅਲ ਸਕੂਲ ਦੇ ਵਿੱਚੋਂ ਜੋ ਡਿਸਕਵਰੀ ਸਾਹਮਣੇ ਆਈ ਹੈ ਉਸ ਤੋਂ ਬਾਅਦ ਇਸ ਨੂੰ ਰੱਦ ਕਰ ਦਿੱਤਾ ਗਿਆ। ਕੈਨੇਡਾ ਪਲੇਸ ਤੋਂ ਵਰਚੁਅਲ ਕੈਨੇਡਾ ਡੇ
ਦਿਖਾਇਆ ਜਾਵੇਗਾ, ਜਿਸ ਦਾ 1 ਘੰਟੇ ਦਾ ਬ੍ਰੌਡਕਾਸਟ ਹੋਵੇਗਾ। ਇਹ ਆਨਲਾਈਨ ਬ੍ਰੌਡਕਾਸਟ 11 ਵਜੇ ਸ਼ੁਰੂ ਹੋਵੇਗਾ। ਇਸ ਦੇ ਵਿੱਚ 5440 ਬੈਂਡ ਨੂੰ ਫੀਚਰ ਕੀਤਾ ਜਾਵੇਗਾ ਅਤੇ ਇਸ ਦੌਰਾਨ ਮਾਸਕਟ ਡਾਂਸ ਆਫ ਵੀ ਹੋਵੇਗਾ। ਸਿਟੀ ਆਫ ਸਰੀ ਦਾ ਵਰਚੁਅਲ ਸਰੀ ਕੈਨੇਡਾ ਡੇ ਆਨਲਾਈਨ ਪੇਸ਼ ਕੀਤਾ ਜਾਵੇਗਾ। ਇਹ ਪੇਸ਼ਕਾਰੀ 2 ਟਾਈਮ ਸਲੌਟਸ ਦੇ ਵਿੱਚ ਹੋਵੇਗੀ, ਜੋ ਕਿ 10:30 ਵਜੇ ਤੋਂ ਲੈ ਕੇ ਦੁਪਹਿਰ ਤੱਕ ਅਤੇ ਫਿਰ 6 ਵਜੇ ਤੋਂ ਲੈ ਕੇ 9 ਵਜੇ ਤੱਕ ਹੋਵੇਗੀ। ਸਿਟੀ ਆਫ ਐਬਸਫੋਰਡ ਵੱਲੋਂ ਡਰਾਈਵ ਥਰੂ ਕੈਨੇਡਾ ਡੇ ਇਵੈਂਟ ਕਰਵਾਇਆ ਜਾਵੇਗਾ। ਅਪ੍ਰੈਲ ਮਹੀਨੇ ਕੈਨੇਡਾ ਦੀ ਆਰਥਿਕਤਾ ਦੇ ਉੱਪਰ ਅਸਰ ਪਿਆ ਹੈ। ਅਪ੍ਰੈਲ ਮਹੀਨੇ ਦੌਰਾਨ ਕੈਨੇਡਾ ਦੀ ਆਰਥਿਕਤਾ ਹੇਠਾਂ ਆਈ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਅਪ੍ਰੈਲ ਦੇ ਮਹੀਨੇ ਆਰਥਿਕਤਾ 0.3% ਘੱਟ ਦਰਜ ਕੀਤੀ ਗਈ। ਅਪ੍ਰੈਲ ਮਹੀਨੇ ਕੈਨੇਡਾ ਦੀ ਆਰਥਿਕਤਾ ਦੇ ਉੱਪਰ ਅਸਰ ਪਿਆ ਹੈ। ਅਪ੍ਰੈਲ ਮਹੀਨੇ ਆਰਥਿਕਤਾ 0.3% ਘੱਟ ਦਰਜ ਕੀਤੀ ਗਈ। ਸਟੈਟਿਸਟਿਕਸ ਕੈਨੇਡਾ ਵੱਲੋਂ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਕੋਵਿਡ-19 ਦੀ ਪਹਿਲੀ ਲਹਿਰ ਤੋਂ ਬਾਅਦ ਅਪ੍ਰੈਲ ਮਹੀਨੇ ਆਰਥਿਕਤਾ ਘੱਟ ਹੋਈ ਹੈ। ਕੁਝ ਹਫ਼ਤੇ ਪਹਿਲਾਂ ਇਹ ਅੰਦਾਜ਼ਾ ਲਗਾਇਆ ਗਿਆ ਸੀ ਕਿ ਇਸ ਮਹੀਨੇ ਆਰਥਿਕਤਾ 0.8% ਘੱਟ ਸਕਦੀ ਹੈ, ਪਰ ਕੈਨੇਡਾ ਦੀ ਇਕਨੋਮੀ ਦੇ ਵਿੱਚ ਅਪ੍ਰੈਲ ਮਹੀਨੇ 0.3% ਦੀ ਗਿਰਾਵਟ ਦੇਖੀ ਗਈ। ਅਪ੍ਰੈਲ ਮਹੀਨੇ ਰੀਟੇਲ ਸੈਕਟਰ ਨੂੰ 5.5% ਦਾ ਘਾਟਾ ਪਿਆ ਹੈ। ਅਪ੍ਰੈਲ ਮਹੀਨੇ ਦੇ ਵਿੱਚ ਮੈਨੂਫੈਕਚਰਿੰਗ ਵੀ 1% ਘੱਟ ਰਹੀ। ਸਟੈਟਿਸਟਿਕਸ ਕੈਨੇਡਾ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਅਪ੍ਰੈਲ ਮਹੀਨੇ ਰੀਅਲ ਏਸਟੇਟ ਸੈਕਟਰ ਵੀ 0.7% ਪ੍ਰਭਾਵਿਤ ਹੋਇਆ ਹੈ। ਇਸ ਦੇ ਵਿੱਚ ਅਕਤੂਬਰ 2020 ਤੋਂ ਬਾਅਦ ਅਪ੍ਰੈਲ ਮਹੀਨੇ ਦੌਰਾਨ ਗਿਰਾਵਟ ਦੇਖੀ ਗਈ ਹੈ। ਅਕਮੋਡੇਸ਼ਨ ਅਤੇ ਫੂਡ ਸਰਵਿਸ 4.6% ਘੱਟ ਹੋਈ। ਇਸ ਦੀ ਜਾਣਕਾਰੀ ਏਜੰਸੀ ਵੱਲੋਂ ਦਿੱਤੀ ਗਈ ਹੈ। ਯਾਤਰਾ ਸੰਬੰਧੀ ਪਾਬੰਦੀਆਂ ਦੇ ਬਾਵਜੂਦ ਵੀ ਅਕਮੋਡੇਸ਼ਨ ਸਰਵਿਸਿਜ਼ 0.5% ਵੱਧ ਹੋਈਆਂ ਨੇ। ਇਸ ਦੇ ਬਾਰੇ ਸਟੈਟਿਸਟਿਕਸ ਕੈਨੇਡਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜ਼ਿਆਦਾ ਕੈਨੇਡੀਅਨਸ ਦੇ ਵੱਲੋਂ ਯਾਤਰਾ ਸੰਬੰਧੀ ਜੋ ਪਾਬੰਦੀਆਂ ਲੱਗੀਆਂ ਨੇ, ਕੈਂਪਿੰਗ ਨੂੰ ਤਵੱਜੋ ਦਿੱਤੀ ਗਈ ਹੈ। ਹੈਲਥ ਕੈਨੇਡਾ ਵੱਲੋਂ ਫਾਈਜ਼ਰ ਵੈਕਸੀਨ ਅਤੇ ਮੋਡਰਨਾ ਟੀਕੇ ਦੇ ਲੇਬਲ ਦੇ ਵਿੱਚ ਬਦਲਾਅ ਕੀਤਾ ਗਿਆ ਹੈ। ਇਹਨਾਂ ਵੈਕਸੀਨ ਦੇ ਨਾਲ ਜੋ ਇਨਫਲੇਮੇਸ਼ਨ ਆਫ ਹਾਰਟ ਮਸਲ ਦਾ ਰੇਅਰ ਮਾਮਲਾ ਜੁੜਿਆ ਹੋਇਆ, ਇਸ ਦੇ ਚੱਲਦਿਆਂ ਲੇਬਲ ਦੇ ਵਿੱਚ ਬਦਲਾਅ ਕੀਤਾ ਗਿਆ ਹੈ। ਨਾਲ ਹੀ ਇਸ ਖਬਰ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ, ਕੈਨੇਡਾ ਦੇ ਵਿੱਚ ਕੋਰੋਨਾ ਵਾਇਰਸ ਦੇ ਕੀ ਮੌਜੂਦਾ ਹਾਲਾਤ ਹਨ। ਹੈਲਥ ਕੈਨੇਡਾ ਵੱਲੋਂ ਫਾਈਜ਼ਰ ਵੈਕਸੀਨ ਅਤੇ ਮੋਡਰਨਾ ਵੈਕਸੀਨ ਦੇ ਲੇਬਲ ਅਪਡੇਟ ਕੀਤੇ ਗਏ ਹਨ। ਇਹ ਲੇਬਲ ਇਸ ਕਰਕੇ ਅਪਡੇਟ ਕੀਤੇ ਗਏ ਨੇ ਤਾਂ ਕਿ ਬਹੁਤ ਮਾਮੂਲੀ ਇਨਫਲੇਸ਼ਨ ਆਫ ਹਾਰਟ ਮਸਲ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇ। ਦੱਸ ਦਈਏ ਕਿ ਕੈਨੇਡਾ ਦੇ ਵਿੱਚ ਇਸ ਦੇ ਨਾਲ ਸੰਬੰਧਿਤ ਕੁਝ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਪਰ ਇਸ ਤਰ੍ਹਾਂ ਦੇ ਕੇਸਿਸ ਕਾਫੀ ਰੇਅਰ ਹਨ। ਹੁਣ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਕਿ 24 ਘੰਟਿਆਂ ਦੌਰਾਨ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਓਨਟਾਰੀਓ ਤੋਂ 24 ਘੰਟਿਆਂ ਦੌਰਾਨ 184 ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਪ੍ਰੋਵਿੰਸ ਦੇ ਵਿੱਚ ਇਸ ਸਮੇਂ 2257 ਐਕਟਿਵ ਕੋਰੋਨਾ ਵਾਇਰਸ ਦੇ ਮਾਮਲੇ ਨੇ। ਹੁਣ ਤੱਕ 9168 ਜਾਨਾਂ ਕੋਰੋਨਾ ਵਾਇਰਸ ਦੇ ਕਾਰਨ ਜਾ ਚੁੱਕੀਆਂ ਨੇ। ਓਨਟਾਰੀਓ ਦੇ ਵਿੱਚ 5,33,472 ਰਿਕਵਰਡ ਕੋਰੋਨਾ ਦੇ ਹੁਣ ਤੱਕ ਦੇ ਮਾਮਲੇ ਹਨ। ਟੋਰਾਂਟੋ ਤੋਂ 17, ਪੀਲ ਰੀਜਨ ਤੋਂ 16 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਓਨਟਾਰੀਓ ਦੇ ਵਿੱਚ ਹਸਪਤਾਲ ਅੰਦਰ ਮਰੀਜ਼ਾਂ ਦੀ ਗਿਣਤੀ 268 ਦੇ ਕਰੀਬ ਹੈ। ਕਿਊਬਿਕ ਤੋਂ 24 ਘੰਟਿਆਂ ਦੌਰਾਨ 126 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਅਤੇ 24 ਘੰਟਿਆਂ ਦੌਰਾਨ 3 ਜਾਨਾਂ ਇਸ ਵਾਇਰਸ ਦੇ ਕਾਰਨ ਗਈਆਂ ਹਨ। ਹੁਣ ਤੱਕ ਪ੍ਰੋਵਿੰਸ ਦੇ ਵਿੱਚ 3,74,857 ਕੁੱਲ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 11,210 ਜਾਨਾਂ ਇਸ ਵਾਇਰਸ ਦੇ ਕਾਰਨ ਜਾ ਚੁੱਕੀਆਂ ਹਨ। ਹਸਪਤਾਲ ਦੇ ਵਿੱਚ 117 ਦੇ ਕਰੀਬ ਮਰੀਜ਼ਾਂ ਦੀ ਗਿਣਤੀ ਹੈ, ਜਿਨ੍ਹਾਂ ਵਿੱਚੋਂ 35 ਇੰਟੈਂਸਿਵ ਕੇਅਰ ਅਧੀਨ ਹਨ। ਪ੍ਰੋਵਿੰਸ ਦੇ ਵਿੱਚ ਹੁਣ ਤੱਕ 81.2% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦੀ 1 ਡੋਜ਼ ਅਤੇ 28.6% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦੇ 2 ਡੋਜ਼ ਲੱਗ ਚੁੱਕੇ ਹਨ। ਕੈਨੇਡਾ ਦੇ ਵਿੱਚ ਹੁਣ ਤੱਕ 14.2 ਮਿਲੀਅਨ ਦੇ ਕਰੀਬ ਕੁੱਲ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। 26,293 ਜਾਨਾਂ ਹੁਣ ਤੱਕ ਇਸ ਵਾਇਰਸ ਦੇ ਕਾਰਨ ਜਾ ਚੁੱਕੀਆਂ ਨੇ। 13.8 ਮਿਲੀਅਨ ਦੇ ਕਰੀਬ ਕੈਨੇਡਾ ਦੇ ਵਿੱਚ ਰਿਕਵਰਡ ਮਾਮਲਿਆਂ ਦੀ ਗਿਣਤੀ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਪੀਲ ਰੀਜਨਲ ਪੁਲਿਸ ਨੇ ਗ੍ਰਿਫਤਾਰ ਕੀਤੇ 70 ਜਾਣੇ, ਖਤਰਨਾਕ ਡਰਾਈਵਿੰਗ ਤੇ ਸਟੰਟ ਦੇ ਮਾਮਲੇ ਦੇ ਵਿੱਚ ਕਾਬੂ। ਕੈਨੇਡਾ ਦੇ ਵਿੱਚੋਂ ਫਿਰ ਮਿਲੀਆਂ ਬੇਨਾਮ ਕਬਰਾਂ। ਬ੍ਰਿਟਿਸ਼ ਕੋਲੰਬੀਆ ਦੇ ਵਿੱਚੋਂ ਮਿਲੀਆਂ 182 ਬੇਨਾਮ ਕਬਰਾਂ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਗਰਮੀ ਦਾ ਕਹਿਰ, ਹੋਈਆਂ 230 ਤੋਂ ਵੱਧ ਮੌਤਾਂ। ਅਮਰੀਕਾ ਦੇ ਵਿੱਚ 2 ਪੰਜਾਬੀਆਂ ਦੀ ਹੋਈ ਮੌਤ, ਟਰੱਕ ਰੇਲ ਹਾਦਸੇ ਦੇ ਵਿੱਚ ਗਈ ਦੋਵਾਂ ਦੀ ਜਾਨ।
ਐਡਮਿੰਟਨ ਦੇ ਇੱਕ ਚਰਚ ਦੇ ਵਿੱਚ ਲੱਗੀ ਅੱਗ ਲੱਗਣ ਦੇ ਕਾਰਨਾਂ ਦੀ ਹੋ ਰਹੀ ਹੈ ਜਾਂਚ। ਓਨਟਾਰੀਓ ਦੇ ਵਿੱਚ ਪਾਬੰਦੀਆਂ ਤੋਂ ਰਾਹਤ, ਅੱਜ ਤੋਂ ਦੂਜੇ ਪੜਾਅ ਦੀ ਸ਼ੁਰੂਆਤ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।